ਵੈਲਕਮ ਪੰਜਾਬੀ shorthand.com ਮੇਰੇ ਡੀ ਸਟਾਰਟ। ਅਫਗਾਨਿਸਤਾਨ ਵਿੱਚ ਸਖਤ ਲੜਾਈ ਜਾਰੀ ਹੈ। ਡੰਡੀ ਤਾਲਿਬਾਨ ਦੇਸ਼ ਦੇ ਬਹੁਤੇ ਇਲਾਕਿਆਂ 'ਤੇ ਕਬਜ਼ਾ ਕਰਨ ਵਿੱਚ ਸਫਲ ਹੋ ਗਿਆ ਹੈ। ਡੰਡੀ ਕਾਬੁਲ ਦੇ ਦੋ ਵੱਡੇ ਸ਼ਹਿਰ ਕੰਦਾਰ ਅਤੇ ਹੈਰਾਤ ਉਹਨਾਂ ਦੇ ਕਬਜ਼ੇ ਵਿੱਚ ਆ ਗਏ ਹਨ। ਡੰਡੀ ਕਤਰ ਦੀ ਰਾਜਧਾਨੀ ਦੋਹਾਂ ਵਿੱਚ ਅਮਰੀਕਾ ਅਫਗਾਨਿਸਤਾਨ ਦੀ ਸਰਕਾਰ ਅਤੇ ਤਾਲਿਬਾਨ ਵਿਚਕਾਰ ਲੰਮੀ ਗੱਲਬਾਤ ਚੱਲਦੀ ਰਹੀ ਹੈ। ਡੰਡੀ ਇਸ ਤੋਂ ਇਲਾਵਾ ਸੰਯੁਕਤ ਰਾਸ਼ਟਰ, ਯੂਰਪੀਅਨ ਯੂਨੀਅਨ, ਬਰਤਾਨੀਆ, ਰੂਸ, ਚੀਨ, ਉਜ਼ਬੇਕਿਸਤਾਨ ਅਤੇ ਪਾਕਿਸਤਾਨ ਦੇ ਪ੍ਰਤੀਨਿਧ ਵੀ ਇਹਨਾਂ ਵਾਰਤਾਵਾਂ ਵਿੱਚ ਸ਼ਾਮਿਲ ਹੁੰਦੇ ਰਹੇ ਹਨ। ਡੰਡੀ ਅਫਗਾਨਿਸਤਾਨ ਸਰਕਾਰ ਵੱਲੋਂ ਸ਼ਾਂਤੀ ਯਤਨਾਂ ਲਈ ਕੰਮ ਕਰ ਰਹੇ ਅਬਦੁੱਲਾ ਨੇ ਵੀ ਕੌਮਾਂਤਰੀ ਧਿਰਾਂ ਨੂੰ ਇਹ ਅਪੀਲ ਕੀਤੀ ਹੈ ਕਿ ਇਸ ਦੇਸ਼ ਨੂੰ ਇਸ ਵੱਡੇ ਦੁਖਾਂਤ ਤੋਂ ਬਚਾਇਆ ਜਾਣਾ ਜ਼ਰੂਰੀ ਹੈ, ਕਿਉਂਕਿ ਇਸ ਨਾਲ ਹੱਠਧਰਮੀ ਅੱਤਵਾਦੀ ਮੁਲਕ 'ਤੇ ਕਬਜ਼ਾ ਕਰ ਲੈਣਗੇ। ਡੰਡੀ ਪਹਿਰਾ ਤਾਲਿਬਾਨ ਦੇ ਇੱਥੇ ਕੁਝ ਸਾਲਾਂ ਦੇ ਰਾਜ ਸਮੇਂ ਮਨੁੱਖੀ ਅਧਿਕਾਰਾਂ ਦੀ ਜੋ ਹਾਲਤ ਹੋਈ, ਜਿਸ ਤਰ੍ਹਾਂ ਲੋਕਾਂ ਨੂੰ ਚੌਰਾਹਿਆਂ ਵਿੱਚ ਖੜ੍ਹੇ ਕਰਕੇ ਗੋਲੀਆਂ ਨਾਲ ਉਡਾਇਆ ਗਿਆ, ਔਰਤਾਂ 'ਤੇ ਜਿਸ ਤਰ੍ਹਾਂ ਦੇ ਜ਼ੁਲਮ ਕੀਤੇ ਗਏ, ਉਸ ਨੂੰ ਯਾਦ ਕਰਕੇ ਦੇਸ਼ ਦੇ ਬਹੁਗਿਣਤੀ ਲੋਕ ਕੰਬ ਉੱਠਦੇ ਹਨ। ਡੰਡੀ ਇਸੇ ਲਈ ਲੋਕ ਪਾਕਿਸਤਾਨ ਸਮੇਤ ਤਜ਼ਾਕਿਸਤਾਨ, ਉਜ਼ਬੇਕਿਸਤਾਨ ਅਤੇ ਈਰਾਨ ਆਦਿ ਦੇਸ਼ਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਸ਼ਰਨਾਰਥੀਆਂ ਵਜੋਂ ਦਾਖਲ ਹੋ ਰਹੇ ਹਨ। ਡੰਡੀ ਉਹਨਾਂ ਨੇ ਇਹ ਵੀ ਕਿਹਾ ਕਿ ਤਾਲਿਬਾਨ ਦੀ ਹਿੰਸਾ ਅਤੇ ਕੀਤੇ ਜਾ ਰਹੇ ਜ਼ੁਲਮਾਂ ਨੂੰ ਇਸ ਸਮੇਂ ਰੋਕਣਾ ਅਤਿ ਜ਼ਰੂਰੀ ਹੈ, ਜਿਸ ਨੇ ਦੇਸ਼ ਨੂੰ ਤਬਾਹੀ ਦੇ ਕੰਢੇ ਲਿਆ ਖੜ੍ਹਾ ਕੀਤਾ ਹੈ। ਡੰਡੀ ਅੱਜ ਲੱਖਾਂ ਹੀ ਲੋਕ ਉੱਥੇ ਭੁੱਖਮਰੀ ਦੀ ਹਾਲਤ ਵਿੱਚ ਵਿਚਰ ਰਹੇ ਹਨ। ਡੰਡੀ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟਰੇਸ ਨੇ ਵੀ ਵੱਡੀ ਚਿੰਤਾ ਪ੍ਰਗਟ ਕਰਦਿਆਂ ਦੋਵਾਂ ਵਿਚਕਾਰ ਹੋ ਰਹੀ ਕੌਮਾਂਤਰੀ ਗੱਲਬਾਤ ਰਾਹੀਂ ਕਿਸੇ ਆਪਸੀ ਸਮਝੌਤੇ 'ਤੇ ਪੁੱਜਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ, ਤਾਂ ਕਿ ਦੇਸ਼ ਦੇ ਲੱਖਾਂ ਹੀ ਲੋਕਾਂ ਨੂੰ ਇਸ ਤਬਾਹੀ ਤੋਂ ਬਚਾਇਆ ਜਾ ਸਕੇ। ਡੰਡੀ ਚਾਹੇ ਹਾਲੇ ਵੀ ਅਮਰੀਕੀ ਬੰਬਾਰ ਜੈੱਟ ਅਤੇ ਡਰੋਨ ਤਾਲਿਬਾਨ 'ਤੇ ਹਮਲੇ ਕਰ ਰਹੇ ਹਨ, ਪਰ ਤਾਲਿਬਾਨ ਦਾ ਅੱਗੇ ਵਧਣਾ ਜਾਰੀ ਹੈ। ਡੰਡੀ ਅੰਤਰਰਾਸ਼ਟਰੀ ਸਟੇਜਾਂ ਤੋਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਤਾਕਤ ਰਾਹੀਂ ਤਾਲਿਬਾਨ ਵੱਲੋਂ ਇਸ ਦੇਸ਼ 'ਤੇ ਕਬਜ਼ਾ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੀ ਸਰਕਾਰ ਨੂੰ ਮਾਨਤਾ ਨਹੀਂ ਦਿੱਤੀ ਜਾਏਗੀ। ਡੰਡੀ ਪਹਿਲਾਂ ਵੀ ਤਾਲਿਬਾਨ ਦੀ ਹਕੂਮਤ ਸਮੇਂ ਕੁਝ ਇੱਕ ਦੇਸ਼ਾਂ ਨੂੰ ਛੱਡ ਕੇ ਉਹਨਾਂ ਨੂੰ ਅੰਤਰਰਾਸ਼ਟਰੀ ਮਾਨਤਾ ਨਹੀਂ ਸੀ ਦਿੱਤੀ ਗਈ। ਡੰਡੀ ਇਹ ਗੱਲ ਵੀ ਯਕੀਨੀ ਹੈ ਕਿ ਜੇਕਰ ਤਾਲਿਬਾਨ
ਕਾਬੁਲ ਤੇ ਕਬਜ਼ਾ ਵੀ ਕਰ ਲੈਂਦਾ ਹੈ। ਸਟੋਪ। ਵੈਲਕਮ ਪੰਜਾਬੀ shorthand.com ਬੀ ਰੈਡੀ ਸਟਾਰਟ। ਅਫਗਾਨਿਸਤਾਨ ਵਿੱਚ ਸਖਤ ਲੜਾਈ ਜਾਰੀ ਹੈ। ਡੰਡੀ। ਤਾਲਿਬਾਨ ਦੇਸ਼ ਦੇ ਬਹੁਤੇ ਇਲਾਕਿਆਂ ਤੇ ਕਬਜ਼ਾ ਕਰਨ ਵਿੱਚ ਸਫਲ ਹੋ ਗਿਆ ਹੈ। ਡੰਡੀ। ਕਾਬੁਲ ਦੇ ਦੋ ਵੱਡੇ ਸ਼ਹਿਰ ਕੰਧਾਰ ਅਤੇ ਹੈਰਾਤ ਉਹਨਾਂ ਦੇ ਕਬਜ਼ੇ ਵਿੱਚ ਆ ਗਏ ਹਨ। ਡੰਡੀ। ਕਤਰ ਦੀ ਰਾਜਧਾਨੀ ਦੋਹਾ ਵਿੱਚ ਅਮਰੀਕਾ ਅਫਗਾਨਿਸਤਾਨ ਦੀ ਸਰਕਾਰ ਅਤੇ ਤਾਲਿਬਾਨ ਵਿਚਕਾਰ ਲੰਮੀ ਗੱਲਬਾਤ ਚੱਲਦੀ ਰਹੀ ਹੈ। ਡੰਡੀ। ਇਸ ਤੋਂ ਇਲਾਵਾ ਸੰਯੁਕਤ ਰਾਸ਼ਟਰ, ਯੂਰਪੀਅਨ ਯੂਨੀਅਨ, ਬਰਤਾਨੀਆ, ਰੂਸ, ਚੀਨ, ਉਜ਼ਬੇਕਿਸਤਾਨ ਅਤੇ ਪਾਕਿਸਤਾਨ ਦੇ ਪ੍ਰਤੀਨਿਧ ਵੀ ਇਨ੍ਹਾਂ ਵਾਰਤਾਵਾਂ ਵਿੱਚ ਸ਼ਾਮਲ ਹੁੰਦੇ ਰਹੇ ਹਨ। ਡੰਡੀ। ਅਫਗਾਨਿਸਤਾਨ ਸਰਕਾਰ ਵੱਲੋਂ ਸ਼ਾਂਤੀ ਯਤਨਾਂ ਲਈ ਕੰਮ ਕਰ ਰਹੇ ਅਬਦੁੱਲਾ ਨੇ ਵੀ ਕੌਮਾਂਤਰੀ ਧਿਰਾਂ ਨੂੰ ਇਹ ਅਪੀਲ ਕੀਤੀ ਹੈ ਕਿ ਇਸ ਦੇਸ਼ ਨੂੰ ਇਸ ਵੱਡੇ ਦੁਖਾਂਤ ਤੋਂ ਬਚਾਇਆ ਜਾਣਾ ਜ਼ਰੂਰੀ ਹੈ, ਕਿਉਂਕਿ ਇਸ ਨਾਲ ਹੱਠ ਧਰਮੀ ਅੱਤਵਾਦੀ ਮੁਲਕ ਤੇ ਕਬਜ਼ਾ ਕਰ ਲੈਣਗੇ। ਡੰਡੀ। ਪੈਰਾ। ਤਾਲਿਬਾਨ ਦੇ ਇੱਥੇ ਕੁਝ ਸਾਲਾਂ ਦੇ ਰਾਜ ਸਮੇਂ ਮਨੁੱਖੀ ਅਧਿਕਾਰਾਂ ਦੀ ਜੋ ਹਾਲਤ ਹੋਈ, ਜਿਸ ਤਰ੍ਹਾਂ ਲੋਕਾਂ ਨੂੰ ਚੌਰਾਹਿਆਂ ਵਿੱਚ ਖੜੇ ਕਰਕੇ ਗੋਲੀਆਂ ਨਾਲ ਉਡਾਇਆ ਗਿਆ, ਔਰਤਾਂ ਤੇ ਜਿਸ ਤਰ੍ਹਾਂ ਦੇ ਜ਼ੁਲਮ ਕੀਤੇ ਗਏ, ਉਸ ਨੂੰ ਯਾਦ ਕਰਕੇ ਦੇਸ਼ ਦੇ ਬਹੁਗਿਣਤੀ ਲੋਕ ਕੰਬ ਉੱਠਦੇ ਹਨ। ਡੰਡੀ। ਇਸੇ ਲਈ ਲੋਕ ਪਾਕਿਸਤਾਨ ਸਮੇਤ ਤਜ਼ਾਕਿਸਤਾਨ, ਉਜ਼ਬੇਕਿਸਤਾਨ ਅਤੇ ਈਰਾਨ ਆਦਿ ਦੇਸ਼ਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਸ਼ਰਨਾਰਥੀਆਂ ਵਜੋਂ ਦਾਖਲ ਹੋ ਰਹੇ ਹਨ। ਡੰਡੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਤਾਲਿਬਾਨ ਦੀ ਹਿੰਸਾ ਅਤੇ ਕੀਤੇ ਜਾ ਰਹੇ ਜ਼ੁਲਮਾਂ ਨੂੰ ਇਸ ਸਮੇਂ ਰੋਕਣਾ ਅਤਿ ਜ਼ਰੂਰੀ ਹੈ, ਜਿਸ ਨੇ ਦੇਸ਼ ਨੂੰ ਤਬਾਹੀ ਦੇ ਕੰਢੇ ਲਿਆ ਖੜਾ ਕੀਤਾ ਹੈ। ਡੰਡੀ। ਅੱਜ ਲੱਖਾਂ ਹੀ ਲੋਕ ਉੱਥੇ ਭੁੱਖਮਰੀ ਦੀ ਹਾਲਤ ਵਿੱਚ ਵਿਚਰ ਰਹੇ ਹਨ। ਡੰਡੀ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰਸ ਨੇ ਵੀ ਵੱਡੀ ਚਿੰਤਾ ਪ੍ਰਗਟ ਕਰਦਿਆਂ ਦੋਵਾਂ ਵਿਚਕਾਰ ਹੋ ਰਹੀ ਕੌਮਾਂਤਰੀ ਗੱਲਬਾਤ ਰਾਹੀਂ ਕਿਸੇ ਆਪਸੀ ਸਮਝੌਤੇ ਤੇ ਪੁੱਜਣ ਦੀ ਲੋੜ ਤੇ ਜ਼ੋਰ ਦਿੱਤਾ ਹੈ, ਤਾਂ ਕਿ ਦੇਸ਼ ਦੇ ਲੱਖਾਂ ਹੀ ਲੋਕਾਂ ਨੂੰ ਇਸ ਤਬਾਹੀ ਤੋਂ ਬਚਾਇਆ ਜਾ ਸਕੇ। ਡੰਡੀ। ਚਾਹੇ ਹਾਲੇ ਵੀ ਅਮਰੀਕੀ ਬੰਬਾਰ ਜੈਟ ਅਤੇ ਡਰੋਨ ਤਾਲਿਬਾਨ ਤੇ ਹਮਲੇ ਕਰ ਰਹੇ ਹਨ, ਪਰ ਤਾਲਿਬਾਨ ਦਾ ਅੱਗੇ ਵਧਣਾ ਜਾਰੀ ਹੈ। ਡੰਡੀ। ਅੰਤਰਰਾਸ਼ਟਰੀ ਸਟੇਜਾਂ ਤੋਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਤਾਕਤ ਰਾਹੀਂ ਤਾਲਿਬਾਨ ਵੱਲੋਂ ਇਸ ਦੇਸ਼ ਤੇ ਕਬਜ਼ਾ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੀ ਸਰਕਾਰ ਨੂੰ ਮਾਨਤਾ ਨਹੀਂ ਦਿੱਤੀ ਜਾਏਗੀ। ਡੰਡੀ। ਪਹਿਲਾਂ ਵੀ ਤਾਲਿਬਾਨ ਦੀ ਹਕੂਮਤ ਸਮੇਂ ਕੁਝ ਇੱਕ ਦੇਸ਼ਾਂ ਨੂੰ ਛੱਡ ਕੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਮਾਨਤਾ ਨਹੀਂ ਸੀ ਦਿੱਤੀ ਗਈ। ਡੰਡੀ। ਇਹ ਗੱਲ ਵੀ ਯਕੀਨੀ ਹੈ ਕਿ ਜੇਕਰ ਤਾਲਿਬਾਨ ਕਾਬੁਲ ਤੇ ਕਬਜ਼ਾ ਵੀ ਕਰ ਲੈਂਦਾ ਹੈ ਤਾਂ ਵੀ ਆਉਂਦੇ ਲੰਮੇ ਸਮੇਂ ਤੱਕ ਇੱਥੇ ਗ੍ਰਹਿ ਯੁੱਧ ਜਾਰੀ ਰਹੇਗਾ ਅਤੇ ਵੱਡੀ ਪੱਧਰ ਤੇ ਸ਼ਰਨਾਰਥੀਆਂ ਦੀ ਸਮੱਸਿਆ ਬਰਕਰਾਰ ਰਹੇਗੀ। ਡੰਡੀ। ਪੈਰਾ। ਅੱਜ ਚਾਹੇ ਪਾਕਿਸਤਾਨ ਤਾਲਿਬਾਨ ਦੀ ਪਿੱਠ ਪਿੱਛੇ ਖੜਾ ਦਿਖਾਈ ਦਿੰਦਾ ਹੈ, ਉਸਨੇ ਉਨ੍ਹਾਂ ਨੂੰ ਪਨਾਹ ਦੇਣ ਤੋਂ ਇਲਾਵਾ ਆਪਣੀ ਹੱਲਾਸ਼ੇਰੀ ਵੀ ਜਾਰੀ ਰੱਖੀ ਹੋਈ ਹੈ, ਪਰ ਜਿਸ ਤਰ੍ਹਾਂ ਦਾ ਤਾਲਿਬਾਨ ਅਤੇ ਅਲ-ਕਾਇਦਾ ਵਰਗੀਆਂ ਅੱਤਵਾਦੀ ਜਥੇਬੰਦੀਆਂ ਦਾ ਵਤੀਰਾ ਰਿਹਾ ਹੈ, ਉਸ ਨੂੰ ਵੇਖਦਿਆਂ ਪਾਕਿਸਤਾਨ ਵੀ ਅਫਗਾਨਿਸਤਾਨ ਵਾਂਗ ਪੂਰੀ ਤਰ੍ਹਾਂ ਇੱਕ ਅਸਥਿਰ ਦੇਸ਼ ਬਣ ਜਾਏਗਾ, ਜੋ ਆਪਣੀਆਂ ਵੈਲਕਮ ਪੰਜਾਬੀ shorthand.com ਬੀ ਰੈਡੀ ਸਟਾਰਟ। ਅਫਗਾਨਿਸਤਾਨ ਵਿੱਚ
ਸਖਤ ਲੜਾਈ ਜਾਰੀ ਹੈ। ਡੰਡੀ ਤਾਲਿਬਾਨ ਦੇਸ਼ ਦੇ ਬਹੁਤੇ ਇਲਾਕਿਆਂ ਤੇ ਕਬਜ਼ਾ ਕਰਨ ਵਿੱਚ ਸਫਲ ਹੋ ਗਿਆ ਹੈ। ਡੰਡੀ ਕਾਬੁਲ ਦੇ ਦੋ ਵੱਡੇ ਸ਼ਹਿਰ ਕੰਦਾਰ ਅਤੇ ਹੈਰਾਤ ਉਹਨਾਂ ਦੇ ਕਬਜ਼ੇ ਵਿੱਚ ਆ ਗਏ ਹਨ। ਡੰਡੀ ਕਤਰ ਦੀ ਰਾਜਧਾਨੀ ਦੋਹਾਂ ਵਿੱਚ ਅਮਰੀਕਾ ਅਫਗਾਨਿਸਤਾਨ ਦੀ ਸਰਕਾਰ ਅਤੇ ਤਾਲਿਬਾਨ ਵਿਚਕਾਰ ਲੰਮੀ ਗੱਲਬਾਤ ਚੱਲਦੀ ਰਹੀ ਹੈ। ਡੰਡੀ ਇਸ ਤੋਂ ਇਲਾਵਾ ਸੰਯੁਕਤ ਰਾਸ਼ਟਰ, ਯੂਰਪੀਅਨ ਯੂਨੀਅਨ, ਬਰਤਾਨੀਆ, ਰੂਸ, ਚੀਨ, ਉਜ਼ਬੇਕਿਸਤਾਨ ਅਤੇ ਪਾਕਿਸਤਾਨ ਦੇ ਪ੍ਰਤੀਨਿਧ ਵੀ ਇਨ੍ਹਾਂ ਵਾਰਤਾਵਾਂ ਵਿੱਚ ਸ਼ਾਮਲ ਹੁੰਦੇ ਰਹੇ ਹਨ। ਡੰਡੀ ਅਫਗਾਨਿਸਤਾਨ ਸਰਕਾਰ ਵੱਲੋਂ ਸ਼ਾਂਤੀ ਯਤਨਾਂ ਲਈ ਕੰਮ ਕਰ ਰਹੇ ਅਬਦੁੱਲਾ ਨੇ ਵੀ ਕੌਮਾਂਤਰੀ ਧਿਰਾਂ ਨੂੰ ਇਹ ਅਪੀਲ ਕੀਤੀ ਹੈ ਕਿ ਇਸ ਦੇਸ਼ ਨੂੰ ਇਸ ਵੱਡੇ ਦੁਖਾਂਤ ਤੋਂ ਬਚਾਇਆ ਜਾਣਾ ਜ਼ਰੂਰੀ ਹੈ, ਕਿਉਂਕਿ ਇਸ ਨਾਲ ਹੱਠ ਧਰਮੀ ਅੱਤਵਾਦੀ ਮੁਲਕ ਤੇ ਕਬਜ਼ਾ ਕਰ ਲੈਣਗੇ। ਡੰਡੀ ਪੈਰਾ ਤਾਲਿਬਾਨ ਦੇ ਇੱਥੇ ਕੁਝ ਸਾਲਾਂ ਦੇ ਰਾਜ ਸਮੇਂ ਮਨੁੱਖੀ ਅਧਿਕਾਰਾਂ ਦੀ ਜੋ ਹਾਲਤ ਹੋਈ, ਜਿਸ ਤਰ੍ਹਾਂ ਲੋਕਾਂ ਨੂੰ ਚੌਰਾਹਿਆਂ ਵਿੱਚ ਖੜੇ ਕਰਕੇ ਗੋਲੀਆਂ ਨਾਲ ਉਡਾਇਆ ਗਿਆ, ਔਰਤਾਂ ਤੇ ਜਿਸ ਤਰ੍ਹਾਂ ਦੇ ਜ਼ੁਲਮ ਕੀਤੇ ਗਏ, ਉਸ ਨੂੰ ਯਾਦ ਕਰਕੇ ਦੇਸ਼ ਦੇ ਬਹੁਗਿਣਤੀ ਲੋਕ ਕੰਬ ਉੱਠਦੇ ਹਨ। ਡੰਡੀ ਇਸੇ ਲਈ ਲੋਕ ਪਾਕਿਸਤਾਨ ਸਮੇਤ ਤਜਾਕਿਸਤਾਨ, ਉਜ਼ਬੇਕਿਸਤਾਨ ਅਤੇ ਈਰਾਨ ਆਦਿ ਦੇਸ਼ਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਸ਼ਰਨਾਰਥੀਆਂ ਵਜੋਂ ਦਾਖਲ ਹੋ ਰਹੇ ਹਨ। ਡੰਡੀ ਉਹਨਾਂ ਨੇ ਇਹ ਵੀ ਕਿਹਾ ਕਿ ਤਾਲਿਬਾਨ ਦੀ ਹਿੰਸਾ ਅਤੇ ਕੀਤੇ ਜਾ ਰਹੇ ਜ਼ੁਲਮਾਂ ਨੂੰ ਇਸ ਸਮੇਂ ਰੋਕਣਾ ਅਤਿ ਜ਼ਰੂਰੀ ਹੈ, ਜਿਸ ਨੇ ਦੇਸ਼ ਨੂੰ ਤਬਾਹੀ ਦੇ ਕੰਢੇ ਲਿਆ ਖੜਾ ਕੀਤਾ ਹੈ। ਡੰਡੀ ਅੱਜ ਲੱਖਾਂ ਹੀ ਲੋਕ ਉੱਥੇ ਭੁੱਖਮਰੀ ਦੀ ਹਾਲਤ ਵਿੱਚ ਵਿਚਰ ਰਹੇ ਹਨ। ਡੰਡੀ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰਸ ਨੇ ਵੀ ਵੱਡੀ ਚਿੰਤਾ ਪ੍ਰਗਟ ਕਰਦਿਆਂ ਦੋਵਾਂ ਵਿਚਕਾਰ ਹੋ ਰਹੀ ਕੌਮਾਂਤਰੀ ਗੱਲਬਾਤ ਰਾਹੀਂ ਕਿਸੇ ਆਪਸੀ ਸਮਝੌਤੇ ਤੇ ਪੁੱਜਣ ਦੀ ਲੋੜ ਤੇ ਜ਼ੋਰ ਦਿੱਤਾ ਹੈ, ਤਾਂ ਕਿ ਦੇਸ਼ ਦੇ ਲੱਖਾਂ ਹੀ ਲੋਕਾਂ ਨੂੰ ਇਸ ਤਬਾਹੀ ਤੋਂ ਬਚਾਇਆ ਜਾ ਸਕੇ। ਡੰਡੀ ਚਾਹੇ ਹਾਲੇ ਵੀ ਅਮਰੀਕੀ ਬੰਬਾਰ ਜੈਟ ਅਤੇ ਡਰੋਨ ਤਾਲਿਬਾਨ ਤੇ ਹਮਲੇ ਕਰ ਰਹੇ ਹਨ, ਪਰ ਤਾਲਿਬਾਨ ਦਾ ਅੱਗੇ ਵਧਣਾ ਜਾਰੀ ਹੈ। ਡੰਡੀ ਅੰਤਰਰਾਸ਼ਟਰੀ ਸਟੇਜਾਂ ਤੋਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਤਾਕਤ ਰਾਹੀਂ ਤਾਲਿਬਾਨ ਵੱਲੋਂ ਇਸ ਦੇਸ਼ ਤੇ ਕਬਜ਼ਾ ਕੀਤਾ ਜਾਂਦਾ ਹੈ ਤਾਂ ਉਹਨਾਂ ਦੀ ਸਰਕਾਰ ਨੂੰ ਮਾਨਤਾ ਨਹੀਂ ਦਿੱਤੀ ਜਾਏਗੀ। ਡੰਡੀ ਪਹਿਲਾਂ ਵੀ ਤਾਲਿਬਾਨ ਦੀ ਹਕੂਮਤ ਸਮੇਂ ਕੁਝ ਇੱਕ ਦੇਸ਼ਾਂ ਨੂੰ ਛੱਡ ਕੇ ਉਹਨਾਂ ਨੂੰ ਅੰਤਰਰਾਸ਼ਟਰੀ ਮਾਨਤਾ ਨਹੀਂ ਸੀ ਦਿੱਤੀ ਗਈ। ਡੰਡੀ ਇਹ ਗੱਲ ਵੀ ਯਕੀਨੀ ਹੈ ਕਿ ਜੇਕਰ ਤਾਲਿਬਾਨ ਕਾਬੁਲ ਤੇ ਕਬਜ਼ਾ ਵੀ ਕਰ ਲੈਂਦਾ ਹੈ ਤਾਂ ਵੀ ਆਉਂਦੇ ਲੰਮੇ ਸਮੇਂ ਤੱਕ ਇੱਥੇ ਗ੍ਰਹਿ ਯੁੱਧ ਜਾਰੀ ਰਹੇਗਾ ਅਤੇ ਵੱਡੀ ਪੱਧਰ ਤੇ ਸ਼ਰਨਾਰਥੀਆਂ ਦੀ ਸਮੱਸਿਆ ਬਰਕਰਾਰ ਰਹੇਗੀ। ਡੰਡੀ ਪੈਰਾ ਅੱਜ ਚਾਹੇ ਪਾਕਿਸਤਾਨ ਤਾਲਿਬਾਨ ਦੀ ਪਿੱਠ ਪਿੱਛੇ ਖੜਾ ਦਿਖਾਈ ਦਿੰਦਾ ਹੈ, ਉਸ ਨੇ ਉਹਨਾਂ ਨੂੰ ਪਨਾਹ ਦੇਣ ਤੋਂ ਇਲਾਵਾ ਆਪਣੀ ਹੱਲਾਸ਼ੇਰੀ ਵੀ ਜਾਰੀ ਰੱਖੀ ਹੋਈ ਹੈ, ਪਰ ਜਿਸ ਤਰ੍ਹਾਂ ਦਾ ਤਾਲਿਬਾਨ ਅਤੇ ਅਲ-ਕਾਇਦਾ ਵਰਗੀਆਂ ਅੱਤਵਾਦੀ ਜਥੇਬੰਦੀਆਂ ਦਾ ਵਤੀਰਾ ਰਿਹਾ ਹੈ, ਉਸ ਨੂੰ ਵੇਖਦਿਆਂ ਪਾਕਿਸਤਾਨ ਵੀ ਅਫਗਾਨਿਸਤਾਨ ਵਾਂਗ ਪੂਰੀ ਤਰ੍ਹਾਂ ਇੱਕ ਅਸਥਿਰ ਦੇਸ਼ ਬਣ ਜਾਏਗਾ, ਜੋ ਆਪਣੀਆਂ ਸਮੱਸਿਆਵਾਂ ਦਾ ਭਾਰ ਸੰਭਾਲਣ ਤੋਂ ਵੀ ਅਸਮਰੱਥ ਹੋਇਆ ਦਿਖਾਈ ਦੇਵੇਗਾ। ਡੰਡੀ ਅੱਜ ਕੌਮਾਂਤਰੀ ਭਾਈਚਾਰੇ ਨੂੰ ਇਕੱਠੇ ਹੋ ਕੇ ਤਾਲਿਬਾਨ ਵਿਰੁੱਧ ਖੜੇ ਹੋਣ ਦੀ ਜ਼ਰੂਰਤ ਹੋਵੇਗੀ, ਤਾਂ ਜੋ ਕੱਲ ਨੂੰ ਇਹ ਮਨੁੱਖਤਾ ਲਈ ਹੋਰ ਵੱਡਾ ਖਤਰਾ ਨਾ ਬਣ ਜਾਣ। ਡੰਡੀ ਸਟਾਪ।